भाई भाइयों तो विछड़ गए, दसो की खटिया की पाया। भिज जाए दाढ़ी बापू दी, चेते करके चाचा ताया। भाई भाइयों तो विछड़ गए, दसो की खटिया की पाया। भिज जाए दाढ़ी बापू दी, चेते करके चाचा ताया। फुट फुट के रो पैंदा, दसो किद्दां दर्द लकोवे। गल इस पंजाब दी होवे जां उस पंजाब दी होवे। गल इस पंजाब दी होवे जां उस पंजाब दी होवे। सत श्री अकाल दोस्तों, पंजाबी लहर साझा देख रहे देश विदेश के सारे दर्शकों को मेरा तेजवन सिंह ਚੱਬਾ ਵੱਲੋਂ प्यार भरिया सत श्री अकाल कबूल करियो। जिवें कि तुसी जानते हो कि पंजाबी लहर साझा एक ਇਹੋ मंच बन गया है जिथे हिंद पाक दोस्ती ते साझा ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਗੁਰੂ ਧਾਮਾਂ ਦੀ ਗੱਲ ਕਰਦੇ ਹਾਂ ਤੇ ਉੱਥੇ ਹੀ ਅਸੀਂ ਗੱਲ ਕਰਦੇ ਹਾਂ ਹਿੰਦੁਸਤਾਨ ਪੰਜਾਬ ਦੇ ਵਿੱਚ ਉਹਨਾਂ ਮਸਜਿਦਾਂ ਦੀ ਜਿਨ੍ਹਾਂ ਨੂੰ ਅੱਜ ਅਸੀਂ ਸੰਭਾਲ ਰਹੇ ਹਾਂ। ਇਸੇ ਲੜੀ ਦੇ ਵਿੱਚ ਅਗਸਤ ਦਾ ਮਹੀਨਾ ਜਦੋਂ ਆਉਂਦਾ ਹੈ, ਅਗਸਤ ਦਾ ਮਹੀਨਾ ਇੱਕ ਟੀਸ ਇੱਕ ਦਰਦ ਸਾਨੂੰ ਦਿੰਦਾ ਹੈ। ਉਹ ਦਰਦ ਹੈ ਬਟਵਾਰੇ ਦੀ। ਬਟਵਾਰਾ ਜਿਹੜਾ ਪੰਜਾਬੀਆਂ ਨੇ ਝੱਲਿਆ ਜਾਂ ਬੰਗਾਲੀਆਂ ਨੇ ਝੱਲਿਆ, ਜਿੱਥੇ ਸਾਰਾ ਹਿੰਦੁਸਤਾਨ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤੇ ਪੰਜਾਬੀ ਉਦੋਂ ਬਟਵਾਰੇ ਦੀ ਲਕੀਰ ਆਪਣੇ ਹਿੱਕ ਦੇ ਵਿੱਚੋਂ ਲੰਘਦੀ ਹੋਈ ਮਹਿਸੂਸ ਕਰ ਰਹੇ ਸਨ। ਸੋ ਸਾਡੀ ਕੋਸ਼ਿਸ਼ ਰਹੇਗੀ ਕਿ ਉਸ ਵੇਲੇ ਦੇ ਕੁਝ ਜਿਹੜੇ ਲੋਕ ਹਾਲੇ ਵੀ ਸਾਡੇ ਨਾਲ ਆਪਣਾ ਉਹ ਦਰਦ ਸਾਂਝਾ ਕਰ ਸਕਣ, ਜਿਹੜੇ ਗਵਾਹ ਬਣੇ ਉਸ ਵੇਲੇ ਦੇ ਬਟਵਾਰੇ ਦੇ, ਅਸੀਂ ਉਹਨਾਂ ਨੂੰ ਤੁਹਾਡੇ ਸਨਮੁਖ ਲੈ ਕੇ ਆਈਏ। ਇਸੇ ਕੜੀ ਦੇ ਵਿੱਚ ਅੱਜ ਅਸੀਂ ਮਾਛੀਵਾੜੇ ਦੇ ਕੋਲ ਸਮਰਾਲਾ ਤਹਿਸੀਲ ਦੇ ਵਿੱਚ ਪਿੰਡ ਪਾਟ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿ ਸਰਦਾਰ ਜਸਵੰਤ ਸਿੰਘ ਹੋਰੀ ਸਾਡੇ ਨਾਲ ਨੇ। ਉਸ ਵੇਲੇ ਹਾਲਾਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਉਸ ਵੇਲੇ, ਪਰ ਫਿਰ ਵੀ ਉਹਨਾਂ ਦੀ ਯਾਦਾਸ਼ਤ ਇੱਕ ਨੌਜਵਾਨ ਵਰਗੀ ਅੱਜ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਹੈ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਬਹੁਤ ਬਹੁਤ ਜੀ ਆਇਆਂ ਸਾਡੇ ਚੈਨਲ ਪੰਜਾਬੀ ਲਹਿਰ ਸਾਂਝਾ ਤੇ। ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਅੱਜ ਮੈਂ ਜਦੋਂ ਤੁਹਾਡੇ ਨਾਲ ਗੱਲ ਕਰਦਾ ਸਨ 47 ਦੀ, ਤੇ ਤੁਹਾਨੂੰ ਸਭ ਤੋਂ ਪਹਿਲਾਂ ਕੀ ਯਾਦ ਆਉਂਦਾ ਹੈ? ਸਨ 47 ਦਾ ਸਾਨੂੰ ਤਾਂ ਆਪਣੇ ਘਰ ਯਾਦ ਆਉਂਦੇ ਆ, ਪਿੰਡ ਯਾਦ ਆਉਂਦੇ ਆ, ਖੇਤ ਯਾਦ ਆਉਂਦੇ ਆ, ਸਕੂਲ ਉਹ ਯਾਦ ਆਉਂਦੇ ਆ। ਹਾਂ ਉਹ ਤਾਂ ਹੈ ਹੀ, ਯਾਦਾਸ਼ਤ ਤਾਂ ਸਾਰੀ ਉਹ ਅੱਖਾਂ ਦੇ ਮੂਹਰੇ ਫਿਰਦੀ ਆ। ਹਾਂ ਉਹ ਗੱਲ ਤਾਂ ਉਹ ਸਾਰੇ ਯਾਦ ਹੀ ਆ। ਜਿੱਥੇ ਤੱਕ ਘੁੰਮੇ ਆ, ਮੈਂ ਖਾਸੀ ਦੂਰ ਪੜ੍ਹਦਾ ਸੀਗਾ। ਜੋ 6ਵੀਂ ਜਮਾਤ ਸੀਗੀ, ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਸੀਗਾ 4 ਜਮਾਤਾਂ ਦਾ ਹੀ। 6ਵੀਂ 5ਵੀਂ 6ਵੀਂ 'ਚ ਅਸੀਂ 269 'ਚ ਪੜ੍ਹੇ। 269 ਪਿੰਡ ਸੀਗਾ ਉੱਥੇ ਕੋਲ, 5-6 ਮੀਲ ਬਾੜ ਜਾਂ ਸਾਈਕਲਾਂ 'ਤੇ ਜਾਂਦੇ ਸੀਗੇ। ਫਿਰ ਮਤਲਬ ਅਤੇ ਉਹ ਸਾਰੀਆਂ ਜੋ ਰਸਤੇ, ਉਹ ਸੂਏ ਦੀ ਪਰੜੀ, ਸਾਰਾ ਉਹ ਦਿਮਾਗ 'ਚ ਉਹ ਸਾਰੇ ਕੁਝ ਆਉਂਦਾ। ਸਥਾਨਕ ਰੰਗ ਐਨ ਬਿਲਕੁਲ ਦਿਖਦਾ ਮੈਨੂੰ ਇਸ ਵੇਲੇ ਵੀ ਐਂ ਸੀਗਾ, ਐਂ ਸੀਗਾ, ਐਂ ਸੀਗਾ, ਸਾਰਾ ਕੁਛ ਸਭ ਯਾਦਾਸ਼ਤ 'ਚ ਹੈਗਾ ਪੂਰਾ ਐਨ ਜਮਾਂ। ਹਾਂ ਪੂਰਾ ਜਿਵੇਂ ਤੁਸੀਂ ਕਿਹਾ, ਉਹ ਯਾਦਾਸ਼ਤ ਜਿਹੜੀ ਸਾਹਮਣੇ ਘੁੰਮਦੀ ਹੈ, ਉਹ ਇੱਕ ਪਿਕਚਰ ਦੇ ਵਾਂਗੂ ਚੱਲਦਾ ਕਿ ਤੁਸੀਂ ਸਕੂਲ ਨੂੰ ਜਾਣਾ ਆਉਣਾ। ਅਤੇ ਉਸ ਵੇਲੇ ਦੇ ਤੁਹਾਡੇ ਉੱਥੋਂ ਦੇ ਜਿਹੜੇ ਪਿੰਡ ਤੁਸੀਂ ਰਹਿੰਦੇ ਸੀ, ਉਹਦਾ ਕੀ ਨਾਂ ਸੀ ਅਤੇ ਕਿਸ ਤਰ੍ਹਾਂ ਦੇ ਤੁਹਾਡੇ ਉੱਥੋਂ ਦੇ ਜਿਹੜੇ ਸਥਾਨਕ ਲੋਕ ਸਨ ਉਹਨਾਂ ਨਾਲ ਰਿਸ਼ਤੇ ਸਨ? ਸਾਡੇ ਪਿੰਡ ਦਾ 307 ਚੱਕ ਸੀ ਜੀ। ਹਾਂ 307 ਚੱਕ। ਅਤੇ ਜਿਹੜੇ ਲੋਕਾਂ ਨਾਲ ਬੜੇ ਸੋਹਣੇ ਰਿਸ਼ਤੇ ਸੀਗੇ ਉਸ ਵੇਲੇ। ਬਰਾਬਰ ਦੇ ਲੋਕਾਂ ਨਾਲ ਪਿੰਡ ਭਾਈਚਾਰਾ ਬਹੁਤ ਵਧੀਆ ਸੀਗਾ। ਤਕਰੀਬਨ ਮੇਰਾ ਖਿਆਲ ਆ ਵੀ ਸ਼ਾਇਦ ਸਾਨੂੰ ਤਾਂ ਐਂ ਲੱਗਦਾ ਵੀ ਉਹੋ ਜਿਹੇ ਮੁੜ ਕੇ ਬਣਦਾ ਵੀ ਨਹੀਂ ਹੈਗਾ ਭਾਈਚਾਰਾ ਜਿਹੜਾ ਜਿਹਾ ਉੱਥੇ ਸੀਗਾ। ਸਾਰਾ ਇੱਕ ਦੂਜੇ ਨਾਲ ਸਭ ਲੋਕਾਂ ਦਾ ਬੜਾ ਪਿਆਰ ਸੀ, ਆਉਣ ਜਾਣ ਸੀ, ਇੱਕ ਦੂਜੇ ਜਾਣਾ। ਹਾਂ ਇਹ ਤਾਂ ਹੈ ਕੁਦਰਤੀ ਗੱਲ, ਨੈਚੁਰਲੀ ਸੀਗਾ ਗੱਲ ਬਹੁਤ। ਨਾਲੇ ਥੋੜ੍ਹਾ ਜਿਹਾ ਪੁਰਾਣਾ ਸਮਾਂ ਸੀ ਜਦੋਂ, ਉਦੋਂ ਜ਼ਿਆਦਾ ਹੀ ਸੀਗਾ ਲੋਕਾਂ 'ਚ ਮੋਹ ਪਿਆਰ। ਜਿਉਂ-ਜਿਉਂ ਲੋਕ ਥੋੜ੍ਹੇ ਮਨੀ ਮਾਈਂਡਡ 'ਚ ਹੋ ਜਾਂਦੇ, ਹੁਣ ਹੌਲੀ ਹੌਲੀ ਜਿਉਂ-ਜਿਉਂ ਰਿਵਾਜ਼ 'ਚ ਉਹ ਕੁਛ ਕੋਈ ਗੱਲ ਘਟੀ ਜਾਂਦੀ ਆ। ਉਹ ਹਾਂ ਉਹ ਉਹਨਾਂ ਕੁ ਫਰਕ ਤਾਂ ਹੈਗਾ ਹੀ ਹੈ ਅੱਗੇ ਨੂੰ। ਹਾਂ ਜਿਹੇ ਮੋਹ ਪਿਆਰ ਪਹਿਲਾਂ ਸੀਗੇ। ਤੁਹਾਡੇ ਬਚਪਨ ਦੇ ਦੋਸਤ ਖਾਸ ਕਰਕੇ ਜਿਹੜੇ ਮੁਸਲਮਾਨ ਦੋਸਤ ਸੀਗੇ, ਉਹ ਕਿੰਝ ਦੇ ਸਨ ਕਿ ਅਤੇ ਉਹਨਾਂ ਦੀ ਕਿੰਨੀ ਕੁ ਯਾਦ ਆ ਤੁਹਾਨੂੰ? ਮੁਸਲਮਾਨਾਂ ਦੇ ਸਾਡੇ ਘਰ ਥੋੜ੍ਹੇ ਹੀ ਸੀਗੇ, 2 ਹੀ ਘਰ ਸੀਗੇ ਸਿਰਫ। ਇੱਕ ਤਾਂ ਰਹਿਮਤ ਕੁਮਾਰ ਦਾ ਘਰ ਸੀਗਾ ਅਤੇ ਉਹ ਬਜ਼ੁਰਗ ਸੀ ਸਿਆਣੇ, ਅਤੇ ਉਹਨਾਂ ਦੇ ਮੁੰਡੇ ਸੀਗੇ 6-7 ਮੁੰਡੇ ਸੀ ਉਹਨਾਂ ਦੇ। ਹਾਂ ਉਹਨਾਂ ਮੁੰਡਿਆਂ ਨੂੰ ਵੀ ਮੈਨੂੰ 2-4 ਦੇ ਨਾਂ ਆਉਂਦੇ ਆ, 2-3 ਦੇ ਆਉਣਗੇ। ਹਾਂ ਇੱਕ ਨੂੰ ਦੀਨਾ ਸੀਗਾ, ਇੱਕ ਨੂੰ ਹਾਂ ਅਤੇ ਇੱਕ ਨੂੰ ਛੋਟਾ ਹੀ ਕਹਿੰਦੇ ਸੀਗੇ। ਹਾਂ ਇਸ ਤਰ੍ਹਾਂ ਸੀਗਾ।
ਤੇ ਯਾਨੀ ਇਹ ਸੀਗੇ ਨੌ ਇਹਨਾਂ ਤੇ ਤੁਹਾਡੇ ਨਾਲ ਉਹ ਖੇਡਦੇ ਆਪਸ 'ਚ ਮਿਲਦੇ ਕਿਵੇਂ ਦਾ ਸੀਗਾ ਮਾਹੌਲ ਉਦੋਂ? ਜੀ ਪਤਾ ਵੀ ਨਹੀਂ ਸੀ ਲੱਗਦਾ ਵੀ ਕੋਈ ਜਾਤ ਪਾਤ ਤਾਂ ਹੈ ਹੀ ਨਹੀਂ ਸੀ ਦਿਮਾਗ 'ਚ ਹੈਂ ਖੇਲੀ ਜਾਂਦੇ ਸੀ ਬੱਚੇ ਉਹਦੇ ਹੀ ਨਾਲ ਹਾਂ ਉਹੀ ਤਾਂ ਗੱਲ ਆ ਵੀ ਇਹ ਤਾਂ ਮਗਰੋਂ ਹੀ ਗੱਲਾਂ ਚੱਲੀਆਂ ਚੀਜ਼ਾਂ ਕੋਈ ਜਾਤ ਪਾਤ ਦਾ ਨਹੀਂ ਕੌਣ ਹੈ ਇਹੋ ਜਿਹੀ ਗੱਲ। ਤੇ ਫਿਰ ਇਹ ਗੱਲਾਂ ਕਦੋਂ ਆਉਣੀਆਂ ਸ਼ੁਰੂ ਹੋਈਆਂ ਕਿ ਵੀ ਇਹ ਮੁਸਲਮਾਨ ਅਸੀਂ ਇਹੀ ਸਿੱਖ ਹਾਂ ਤੇ ਹੁਣ ਸਾਨੂੰ ਵਾਪਸ ਜਾਣਾ ਪੈਣਾ? ਨਹੀਂ ਇਹੀ ਗੱਲ ਤਾਂ ਹੁਣ ਵੀ ਸ਼ਾਇਦ ਨਾ ਹੋਵੇ ਇੰਨੀ ਬਹੁਤੀ। ਪਰ 47 ਦੇ ਸੰਦਰਭ 'ਚ ਜਦੋਂ ਮਾਰਕਟ ਹੁੰਦੀ ਹੈ ਉਦੋਂ ਹੁੰਦੀ ਜਦ ਭਰਾ ਦਾ ਵੈਰੀ ਬਣਦਾ ਉਦੋਂ ਇੱਕ ਵਾਰੀ ਤਾਂ ਕੁਦਰਤੀ ਜਿਵੇਂ ਜ਼ਹਿਰ ਫੈਲ ਗਈ ਹੁੰਦੀ ਹੈ ਜ਼ਹਿਰ ਫੈਲੀ ਆ ਬੜਾ ਇਕੱਠੀ ਹੁੰਦੀ ਰਹੀ ਆ ਮਾਰਦੇ ਰਹੇ ਆ ਐਵੇਂ ਲੋਕ ਚਾਅ ਨਹੀਂ ਮਾਰੇ ਆਉਂਦੇ ਸੀਗੇ। ਸਾਡੇ ਵੀ ਸਰਦਾਰ ਜਾਗ ਜਾ ਇੱਧਰ ਮਾਰੇ ਆਉਂਦੇ ਸੀ ਮੁਸਲਮਾਨਾਂ ਨੂੰ ਕੋਈ ਐਸੀ ਗੱਲ ਨਹੀਂ ਹੈ ਤੇ ਉਹ ਵੀ ਐਵੇਂ ਕਰਦੇ ਸੀਗੇ ਕੁਦਰਤੀ ਗੱਲ। ਹਾਂ ਤੇ ਜਦੋਂ ਉਜਾੜਾ ਪੈਂਦਾ ਉਦੋਂ ਤੁਹਾਨੂੰ ਵੀ ਉੱਜੜ ਕੇ ਇੱਥੇ ਆਉਣਾ ਪੈਂਦਾ। ਜਦੋਂ ਉਜਾੜਾ ਪਿਆ ਬਟਵਾਰਾ ਹੋਇਆ ਤੁਹਾਨੂੰ ਵੀ ਉੱਧਰੋਂ ਉੱਜੜ ਕੇ ਇੱਧਰ ਆਉਣਾ ਪਿਆ। ਉਹ ਕੀ ਉਸ ਵੇਲੇ ਜ਼ਹਿਨ ਦੇ ਵਿੱਚ ਕਿਹੜੇ ਸੀਨ ਸਾਹਮਣੇ ਘੁੰਮਦੇ ਨੇ? ਉਹੀ ਸੀਨ ਤਾਂ ਇਹ ਹੈ ਵੀ ਅਸੀਂ ਆਪਣਾ ਘਰ ਛੱਡ ਦਿੱਤਾ ਉਵੇਂ ਜਿਵੇਂ ਸਮਾਨ ਜਿਹੜਾ ਗੱਡੇ 'ਤੇ ਆਇਆ ਗੱਡੇ 'ਤੇ ਰੱਖ ਲਿਆ। ਗੱਡੇ 'ਤੇ ਕੀ ਆਉਣਾ ਸੀਗਾ ਅਤੇ ਉਹ ਬਲਦਾਂ ਦੀ ਕੋਈ ਖੁਰਾਕ ਰੱਖ ਲਈ ਆ ਵੀ ਉਹ ਰਸਤੇ 'ਚ ਜਾਣਾ ਵਾ ਇੰਨੀ ਪਾਠ ਖਾਸੀ ਪਤਾ ਸੀ ਉਹਨਾਂ ਨੂੰ ਅਤੇ ਹੌਲੀ ਬਸ ਇਸ ਤਰ੍ਹਾਂ ਹੀ ਕੋਈ ਸਮਾਨ ਆਪਦਾ ਰੱਖ ਲਿਆ ਉਹ ਰੱਖ ਲਿਆ। ਹੁਣ ਅਸੀਂ 2 ਗੱਡੇ ਜੋੜੇ ਸੀ ਸਾਡੇ ਕੋਲ ਸੀਗੇ ਬਲਦ 5 ਸੀਗੇ। ਤੁਹਾਡਾ ਪਿੰਡ ਜਿਹੜਾ ਚੱਕ ਤੁਸੀਂ ਆਖਣ ਡੇ ਜੇ 307 ਇਹ ਕਿਹੜੀ ਤਹਿਸੀਲ ਜਾਂ ਕਿਹੜੇ ਉੱਥੇ ਜ਼ਿਲ੍ਹੇ 'ਚ ਪੈਂਦਾ ਹੈ? ਹਾਂ ਤਹਿਸੀਲ ਬਿਹਾੜੀ 'ਚ ਪੈਂਦਾ ਸੀਗਾ। ਤਹਿਸੀਲ ਬਿਹਾੜੀ ਬੂਰਾ ਮੰਡੀ ਦੇ ਸਾਡਾ ਸ਼ਹਿਰ ਲੱਗਦਾ ਸੀਗਾ। ਤਹਿਸੀਲ ਬਿਹਾੜੀ ਲੱਗਦੀ ਸੀਗੀ। ਡਿਸਟ੍ਰਿਕਟ ਮੁਲਤਾਨ ਲੱਗਦਾ ਸੀ। ਮੁਲਤਾਨ ਡਿਸਟ੍ਰਿਕਟ ਸੀਗਾ। ਬਾਰਡਰ ਤੋਂ ਕਿੰਨੀ ਦੂਰ ਸੀ? ਹਾਂਜੀ ਬਾਰਡਰ ਤੋਂ ਕਿੰਨੀ ਦੂਰ ਸੀ? ਕਿਹੜੇ ਬਾਰਡਰ ਤੋਂ? ਆਪਣਾ ਹਿੰਦੁਸਤਾਨ ਪਾਕਿਸਤਾਨ ਦਾ ਨਵਾਂ ਬਾਰਡਰ ਖਾਸਾ ਸੀ ਕਾਫੀ ਦੂਰ ਸੀਗਾ। ਹਾਂ ਤੇ ਇੱਕ ਲੰਬਾ ਰਸਤਾ ਤੈਅ ਕਰਕੇ ਤੁਹਾਨੂੰ ਬਾਰਡਰ ਤੇ ਆਉਣਾ ਪਿਆ। ਉਹ ਕਿਹੋ ਜਿਹੀਆਂ ਦੁਸ਼ਵਾਰੀਆਂ ਆਈਆਂ ਕਿਸ ਤਰ੍ਹਾਂ ਦੇ ਸੀਨ ਤੁਸੀਂ ਉਹ ਰਸਤੇ? ਦੇਖੋ ਜੀ ਡਰ ਪੈ ਜਾਂਦਾ ਤਾਂ ਬਹੁਤ ਸੀਗਾ ਪਰ ਜਿਹੜੇ ਜਿੱਥੇ ਅਸੀਂ ਲੰਘੇ ਹਾਂ ਕਾਫਲੇ 'ਚ ਉਹਨੂੰ ਕੋਈ ਬਹੁਤੀ ਦਿੱਕਤ ਨਹੀਂ ਆਈ। ਤੁਹਾਨੂੰ ਸੱਚੀ ਗੱਲ ਦੱਸੀਏ ਵੀ ਥੋੜ੍ਹੀ ਡਰ ਜਿਹਾ ਬਹੁਤ ਸੀ ਗੱਲ ਹੈ ਵੀ ਆ ਗਏ ਬਹੁਤ ਵਾਰੀ ਹੋ ਜਾਂਦਾ ਸੀ ਗੱਲ ਵੀ ਆ ਗਏ ਵੀ ਮੁਸਲਮਾਨ ਪੈਣਗੇ ਸਾਨੂੰ ਮਤਲਬ ਜਾਣੀ ਉਹ ਲੱਗਦਾ ਸੀਗਾ। ਅਤੇ ਪਰ ਸਾਡਾ ਕਾਫਲਾ ਅਸੀਂ ਬਚਦੇ ਆਏ ਆ ਹੋਏ ਆ ਕਈ ਕਟਾਬੜੀ ਹੋਈ ਆ ਬਹੁਤ ਇਹਨਾਂ ਨੇ ਮਾਰੇ ਆ ਇੱਧਰ ਵੀ ਮਾਰਨ ਲੱਗ ਕੇ ਕੋਈ ਆਵਾਜ਼ਾਂ ਚਲੀ ਜਾਂਦੇ ਉਹੀ ਨਹੀਂ ਜੋ ਕੋਈ ਕਰੇ ਚੱਲਦਾ ਰਿਹਾ ਕੰਮ ਇਹ। ਕਦੋਂ ਤੁਸੀਂ 15 ਅਗਸਤ ਨੂੰ ਵੰਡ ਹੁੰਦੀ ਹੈ ਆਜ਼ਾਦੀ ਮਿਲਦੀ ਹੈ ਤੁਸੀਂ ਕਦੋਂ ਉੱਧਰੋਂ ਉੱਠ ਕੇ ਇੱਧਰ ਨੂੰ ਆਉਂਦੇ ਨੇ? ਅਸੀਂ 26 ਨੂੰ ਛੱਡਿਆ ਦੇਖੋ 11 ਦਿਨ ਅਸੀਂ ਬਾਅਦ 'ਚ ਬੈਠੇ ਰਹੇ। ਹਾਂ ਫਿਰ ਜਦੋਂ ਅਖੀਰੀ ਤੁਰੀ ਪਈ ਫਿਰ ਲੋਕ ਸਾਰੇ ਪਤਾ ਲੱਗ ਗਏ ਵੀ ਉਹ ਫਲਾਣਾ ਪਿੰਡ ਵੀ ਤੁਰ ਪਿਆ ਬਾਈ ਫਲਾਣਾ ਪਿੰਡ ਵੀ ਤੁਰ ਪਿਆ ਫਲਾਣਾ। ਅਸੀਂ ਸਾਰੇ ਪਿੰਡ ਖਾਲੀ ਹੋ ਕੇ ਤੁਰ ਪਏ ਗੱਡਿਆਂ ਗੁੱਡਿਆਂ 'ਤੇ। ਕਦੀ ਸੋਚਿਆ ਸੀ ਇਹੋ ਜਿਹਾ ਵੀ ਜਿੱਥੇ ਵਸਣ ਡੇ ਆ ਜਿੱਥੇ ਪੈਲੀਆਂ ਨੇ ਇਹ ਛੱਡ ਕੇ ਪੂਰੇ ਦੇ ਪੂਰੇ ਇੱਥੇ ਵਸਦੇ ਛੱਡ ਕੇ ਗਾਂਹ ਨੂੰ ਤੁਰ ਜਾਣਾ? ਦੇਖੋ ਜੀ ਜਿਹੜੇ ਸਾਡੇ ਬਜ਼ੁਰਗ ਸੀ ਮੈਂ ਤਾਂ ਬੱਚਾ ਸੀ ਨਾ ਉਸ ਵੇਲੇ ਅਤੇ ਉਹਨਾਂ ਨੂੰ ਬੜਾ ਹੀ ਅਫਸੋਸ ਹੋਇਆ ਸੀਗਾ ਵੀ ਛੱਡ ਕੇ ਵੀ ਖਣੀ ਬਸੇ ਰਹਿ ਗਿਆ ਕੰਮ ਇਹੋ ਜਿਹਾ ਵੀ ਖਣੀ ਮੁੜ ਕੇ ਕੁਛ ਵੀ ਨਹੀਂ ਪੜਨਾ। ਉਹ ਫਿਰ ਮਗਰੋਂ ਆ ਕੇ ਤਾਂ ਚਲੋ ਪਤਾ ਲੱਗ ਗਿਆ ਵੀ ਜ਼ਮੀਨਾਂ ਸਾਨੂੰ ਮਿਲ ਗਈਆਂ ਇੱਧਰ ਆ ਕੇ ਕੋਈ ਜਿੱਥੇ ਖਾਲੀ ਪਈਆਂ ਸੀ ਮੁਸਲਮਾਨਾਂ ਦੀਆਂ ਉਨੀਆਂ ਮਿਲ ਗਈਆਂ ਲਗਭਗ ਗਿਣ ਕੇ ਦਿੱਤੀਆਂ ਮਿਣ ਕੇ। ਹਾਂ ਜਿਹੜੀ ਉਸ ਵੇਲੇ ਤਾਂ ਲੱਗਦਾ ਸੀ ਖਣੀ ਗਿਆ ਹੈ ਕੰਮ ਸਾਰਾ ਕੁਝ ਹੀ। ਹਾਂ ਇਸ ਤਰ੍ਹਾਂ ਸੀਗਾ ਜੀ ਗੱਲ। ਹਾਂ ਅੱਜ ਵੀ ਤੁਹਾਨੂੰ ਉਹ ਪਿੰਡ ਉਹ ਜਗ੍ਹਾ ਸਭ ਕੁਝ ਚੇਤੇ ਆਉਂਦਾ ਦਿਲ ਕਰਦਾ ਉੱਥੇ ਜਾਣ 'ਤੇ? ਮੈਨੂੰ ਐਨ ਸੀਨ ਦਿਖਦੇ ਆ ਲੀਹਾਂ ਦਿਖਦੀਆਂ ਗੱਡਿਆਂ ਦੀਆਂ ਮੈਂ ਸਕੂਲ ਨੂੰ ਜਾਣ ਦਾ ਰਸਤਾ ਦਿਖਦਾ ਵਾ ਸਾਰਾ ਕੁਝ ਦਿਖਦਾ ਵਾ ਐਨ ਜਮਾਂ ਸੂਆ ਜਾਂਦਾ ਦਿਖਦਾ ਇੱਕ ਖਾਲਾ ਜਾਂਦਾ ਦਿਖਦਾ ਯਾਨੀ ਸਾਰਾ ਕੁਝ ਦਿਖਦਾ ਬਿਲਕੁਲ ਸੀਨ। ਮੈਂ ਹੁਣ ਨਕਸ਼ਾ ਬਣਾ ਸਕਦਾ ਇਸ ਵੇਲੇ ਬੈਠਾ ਵੀ ਆਹ ਨਕਸ਼ਾ ਸੀ ਪਿੰਡ ਦਾ ਵੀ ਨਕਸ਼ਾ ਲੋਕਾਂ ਦੇ ਘਰਾਂ ਦੇ ਬਣਾ ਸਕਦਾ ਮੈਂ। ਸਾਡੇ ਜਿਹੜੇ ਪਿੰਡ ਸੀ ਨਾ ਬਿਲਕੁਲ ਉਹ ਮਾਡਲ ਵਿਲੇਜ ਸੀਗੇ। ਇਹ 9 ਘਰ ਇੱਕ ਡੱਬੇ 'ਚ 4 ਡੱਬੇ ਹੁੰਦੇ 36 ਘਰ ਉਹ ਡੱਬਿਆਂ ਯਾਨੀ ਇੱਕ ਚੌਰਸ ਡੱਬਾ ਵਿਚਾਲੇ ਇਹ ਰਸਤਾ 36 ਦਾ ਇੱਕ ਹੋਰ ਯਾਨੀ ਇਸ ਤਰ੍ਹਾਂ ਦੇ 4 ਡੱਬੇ ਹੁੰਦੇ ਸੀ ਘਰ ਦੇ ਆਲੇ ਦੁਆਲੇ ਫੇਰ ਘੁੰਮਦਾ ਸੀਗਾ ਇੱਕ ਲਾਈਨ ਉੱਤੋਂ ਦੀ ਲੋਕਾਂ ਦੀ ਸਮਝਦਾ ਗੱਲ ਇਸ ਤਰ੍ਹਾਂ ਨਕਸ਼ਾ ਬਣਿਆ ਸੀਗਾ। ਅਤੇ 36 ਘਰ ਮਤਲਬ ਥੱਲੇ ਅੰਦਰ ਹੁੰਦੇ ਸੀਗੇ ਬਾਕੀ ਉੱਤੇ ਹੁੰਦੇ ਸੀਗੇ ਅਤੇ ਯਾਨੀ 50-60 ਘਰ ਉੱਥੇ ਸੀਗੇ ਘਰ ਕਈ ਖਾਤੇ ਹਾਲੇ ਬਸੇ ਵੀ ਨਹੀਂ ਸੀ ਕਿ ਖਾਲੀ ਪਏ ਵੀ ਸੀਗੇ। ਹਾਂ ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਜਿਹੜੇ ਦਾਦਾ ਜੀ ਫਸਟ ਵਰਲਡ ਵਾਰ ਲੜੇ ਉਦੋਂ ਤੁਹਾਨੂੰ ਉੱਧਰ ਮੁਰੱਬੇ ਮਿਲੇ ਫਾਦਰ ਸਾਹਿਬ ਅਤੇ ਉਹਦੇ ਬਾਰੇ ਤੁਸੀਂ ਜਿਹੜਾ ਥੋੜ੍ਹਾ ਵਿਸਤਾਰ 'ਚ ਦੱਸੋ ਕਿ ਤੁਹਾਨੂੰ ਪਾਕਿਸਤਾਨ ਕਦੋਂ ਤੁਸੀਂ ਜਾਂਦੇ ਹੋ ਕਦੋਂ ਤੁਹਾਡਾ ਪਰਿਵਾਰ ਕਿੰਨੇ ਕੁ ਸਾਲ ਉੱਥੇ ਰਹਿੰਦਾ ਅਤੇ ਉਸ ਤੋਂ ਬਾਅਦ ਬਟਵਾਰਾ ਹੋ ਕੇ ਇੱਧਰ ਆਉਂਦਾ? ਬਹੁਤ ਥੋੜ੍ਹੇ ਸਾਲ ਰਿਹਾ ਸਿਰਫ 8 ਸਾਲ
ਸਾਡਾ ਪਰਿਵਾਰ ਮਤਲਬ 8 ਸਾਲ ਰਹਿ ਕੇ ਆ ਗਏ ਆ ਅਸੀਂ 39 'ਚ ਗਏ ਹਾਂ 39 ਸਾਡਾ ਪਰਿਵਾਰ 47 'ਚ ਮੁੜਿਆ ਆ ਇੱਧਰ 8 ਸਾਲ ਹੀ ਤਾਂ ਰਹੇ ਆ ਕੁੱਲ ਜਿਹੜੇ ਜਾਣ ਲੱਗੇ ਤਾਂ ਮੈਨੂੰ ਕੋਈ ਪਤਾ ਨਹੀਂ ਕਿਉਂਕਿ ਮੈਂ 2 ਸਾਲ ਦਾ ਸੀ ਕੁੱਲ ਆਉਣ ਲੱਗੇ 10 ਸਾਲ ਦਾ ਮੈਨੂੰ ਸਾਰਾ ਕੁਝ ਯਾਦ ਆ ਜਾਂਦਾ ਹੁਣ ਪੜ੍ਹਦਾ ਮੈਂ 6ਵੀਂ ਸੀਗਾ 10 ਸਾਲ ਦੀ ਮੇਰੀ ਉਮਰ 6ਵੀਂ 'ਚ ਮੈਂ ਪੜ੍ਹਦਾ ਸੀਗਾ ਹਾਂ ਯਾਨੀ ਇਹ ਸੀਗਾ ਹਾਂ ਠੀਕ ਯਾਨੀ ਉਹ ਸਾਰੇ ਯਾਦ ਨੇ ਆਉਣ ਲੱਗੇ ਤਾਂ ਸਾਰੀਆਂ ਗੱਲਾਂ ਉਹ ਯਾਦ ਨੇ ਜਿੱਥੇ ਇੱਥੇ ਘੁੰਮ ਲਏ ਜਿੱਥੇ ਇੱਥੇ ਫਿਰ ਲਏ ਹੈ ਤਾਂ ਬੱਚੇ ਹੀ ਸੀ ਨਾ ਉਹ ਤਾਂ ਯਾਨੀ ਜੇ ਵੱਡੀਆਂ ਗੱਲਾਂ ਕਰੀਏ ਉਹ ਤਾਂ ਸ਼ਾਇਦ ਨਾ ਹੋਣ ਅਤੇ ਯਾਨੀ ਜਿੱਥੇ ਇੱਥੇ ਘੁੰਮਦੇ ਉਹ ਤਾਂ ਜਗ੍ਹਾ ਦਿਖਦੀ ਆ ਐਨ ਦਿਖਦੀ ਆ ਵੀ ਜਗ੍ਹਾ ਕਈਆਂ ਲੋਕਾਂ ਦੇ ਹਾਲੇ ਵੀ ਮੈਂ ਘਰਾਂ ਦੇ ਨਾਂ ਲੈ ਸਕਦਾ ਆਂਢੀਆਂ ਗੁਆਂਢੀਆਂ ਆਲੇ ਦੁਆਲੇ ਦੇ ਵੀ ਫਲਾਣੇ ਦਾ ਘਰ ਸੀ ਫਲਾਣੇ ਦਾ ਘਰ ਸੀ ਫਲਾਣੇ ਦਾ ਘਰ ਹਾਂ ਇੱਕ ਡੱਬੇ 'ਚ 9 ਘਰ ਸੀਗੇ ਇੱਕ ਘਰ ਖਾਲੀ ਹੁੰਦਾ ਸੀਗਾ ਜਿਹੜਾ ਵਿਚਾਲੇ ਪਿੰਡ ਦੇ ਖੂਹ ਹੁੰਦਾ ਸੀਗਾ ਚੌੜੀ ਸੜਕ ਹੁੰਦੀ ਸੀ ਸਾਰੀਆਂ ਸੜਕਾਂ ਖੂਹ ਨੂੰ ਜਾਂਦੀਆਂ ਸੀਗੀਆਂ ਚਾਰੇ ਪਾਸੇ ਤੋਂ ਪਿੰਡ ਤੋਂ ਚਾਰੇ ਪਾਸੇ ਤੋਂ ਆਉਂਦੀਆਂ ਸੀਗੀਆਂ ਅਤੇ ਯਾਨੀ ਇਸ ਤਰ੍ਹਾਂ ਦਾ ਸੀਗਾ ਯਾਨੀ ਚੌੜੇ ਰਸਤੇ ਸੀ ਬਹੁਤ ਚਿੱਤ ਕਰਦਾ ਹੁਣ ਦੁਬਾਰਾ ਉੱਥੇ ਕਿਤੇ ਜਾ ਕੇ ਗੇੜੀ ਮਾਰ ਕੇ ਆਉਣ 'ਤੇ ਹਾਂ ਜੀ ਹਾਲ ਕਰਦਾ ਰਿਹਾ ਤਾਂ ਹੈ ਹੁਣ ਤੱਕ ਤਾਂ ਕਰਦਾ ਰਿਹਾ ਹੁਣ ਏਜ ਫੈਕਟਰ ਕਰਕੇ ਹੁਣ ਸ਼ਾਇਦ ਨਹੀਂ ਉਹਨਾਂ ਮਨ 'ਚ ਉਤਸ਼ਾਹ ਆਉਂਦਾ ਵੀ ਹੁਣ ਜਾਈਏ ਗੱਲ ਤਾਂ ਇਹ ਕਿਉਂਕਿ ਹੁਣ ਮੈਂ 84 ਹੋ ਗਿਆ ਹਾਂ ਜ਼ਿੰਦਗੀ 'ਚ ਉਤਸ਼ਾਹ ਘਟੀ ਜਾਂਦਾ ਰੋਜ਼ ਪਹਿਲਾਂ ਕੀ ਤਾਂ ਸੁਪਨੇ ਆਉਂਦੇ ਰਹੇ ਆ ਲੈ ਵੀ ਕਹਿੰਦੇ ਸੀਗੇ ਪਾਕਿਸਤਾਨ ਵੀ ਦੇਖਣਾ ਪਿੰਡ ਲੈ ਵੀ ਦੇਖ ਲਿਆ ਅੱਜ ਹੈ ਆ ਗਏ ਸੁਪਨੇ 'ਚ ਜਿਹੜੀ ਉਹ ਹੁੰਦਾ ਰਿਹਾ ਬਹੁਤ ਇੱਕ ਵਾਰੀ ਨਹੀਂ ਬਹੁਤ ਵਾਰੀ ਹੁੰਦਾ ਰਿਹਾ ਅਤੇ ਹੁਣ ਹੌਲੀ ਉਹ ਗੱਲ ਮਤਲਬ ਘੱਟ ਗਈ ਹੈ ਵਿਸਰ ਗਈ ਹੈ ਹੁਣ ਨਹੀਂ ਕਦੇ ਸੁਪਨਾ ਆਇਆ ਐਡਾ ਵੀ ਪਾਕਿਸਤਾਨ ਚਲੇ ਗਏ ਜਾਂ ਨਹੀਂ ਚਲੇ ਗਏ ਉੱਥੇ ਪਹੁੰਚੇ ਤੁਸੀਂ ਉਹ ਟਾਈਮ ਹੀ ਦੇਖਿਆ ਹੋਏਗਾ ਤੁਸੀਂ ਉਸ ਵੇਲੇ 10 ਸਾਲਾਂ ਦਾ ਸੀ ਪਰ ਤੁਹਾਡੇ ਜਿਹੜੇ ਫਾਦਰ ਸਾਹਿਬ ਉਹਨਾਂ ਨੇ ਆ ਕੇ ਇੱਥੇ ਦੁਬਾਰਾ ਜਦੋਂ ਆਪਣੇ ਜ਼ਿੰਦਗੀ ਸ਼ੁਰੂ ਕਰਦੇ ਆ ਅਤੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਤਾਂ ਦੁਸ਼ਵਾਰੀਆਂ ਸਾਹਮਣੇ ਆਈਆਂ ਇੱਕ ਮਿੰਟ ਗੱਲ ਇਹ ਆ ਵੀ ਅਸੀਂ ਜਿਹੜੇ ਤਾਂ ਲੋਕ ਸਾਡੇ ਤਾਂ ਮੁੜ ਕੇ ਇੱਧਰ ਪਿੱਛਾ ਵੀ ਸੀਗਾ ਸਾਡਾ ਪਿੰਡ ਭੱਟੀਆਂ ਸੀ ਸਾਡੀ ਭੱਟੀਆਂ ਦੇ ਵਿੱਚ 100 ਬਿੱਗਾ ਜ਼ਮੀਨ ਸੀਗੀ ਮਤਲਬ ਆਪਦੀ ਪਹਿਲਾਂ ਵੀ ਇੱਥੇ ਅਤੇ ਬਾਕੀ ਉੱਧਰ ਸੀਗੇ ਸਾਡੇ ਮਰਬੇ 'ਤੇ ਇੱਥੇ ਜ਼ਮੀਨ ਸਾਨੂੰ ਐਡਾ ਤਾਂ ਪ੍ਰੋਬਲਮ ਨਹੀਂ ਆ ਜੇ ਕਈ ਸਾਨੂੰ ਸਾਡੇ ਪਰਿਵਾਰ ਨੂੰ ਕਿਉਂਕਿ ਅਸੀਂ ਤਾਂ ਆਪਦੇ ਘਰ 'ਚ ਆ ਗਏ ਸਾਡਾ ਘਰ ਵੀ ਸੀਗਾ ਉਹ ਹੈਂ ਅਤੇ ਫਿਰ ਸਾਨੂੰ ਜਿਹੜੇ ਮੁਸਲਮਾਨਾਂ ਦੇ ਘਰ ਸੀਗੇ ਆਂਢ ਗੁਆਂਢ ਅਸੀਂ ਉਹ ਵੀ ਉਹਨਾਂ 'ਚ ਵੀ ਲੱਗੇ ਸੀ ਫਿਰ ਰਹਿਣ ਲੱਗੇ ਬੱਚੇ ਅੱਜ ਸਾਨੂੰ ਮਿਲ ਗਏ ਉਹ ਵੀ ਸਾਡੇ ਕੋਲ ਹੁਣ ਵੀ ਅੱਜ ਕੱਲ੍ਹ ਵੀ ਸਾਡੇ ਕੋਲ ਹੀ ਹੈਗੇ ਆ ਉਹ ਹਾਂ ਜਿਹੜੇ ਸੀਗੇ ਸਾਡੇ ਗੁਆਂਢ ਹੀ ਸੀਗੇ ਖਾਲੀ ਪਏ ਉਹ ਛੱਡ ਕੇ ਗਏ ਉਹ ਅਸੀਂ ਉਹ ਪਕੜ ਲਏ ਸੀ ਆ ਜਿਹੜਾ ਤੁਹਾਡੇ ਏਰੀਏ 'ਚ ਅਸੀਂ ਇੱਥੇ ਅੱਜ ਬੈਠੇ ਹੋਏ ਹਾਂ ਇਸ ਏਰੀਏ 'ਚ ਵੀ ਕਾਫੀ ਮੁਸਲਮਾਨ ਉੱਠ ਕੇ ਉੱਧਰ ਨੂੰ ਗਏ ਇਹ ਤਾਂ ਸਾਰਾ ਪਿੰਡ ਹੀ ਟੋਟਲੀ ਮੁਸਲਮਾਨਾਂ ਦਾ ਸੀਗਾ ਜੀ ਅਸੀਂ ਆ ਪਿੰਡ ਬਿਲਕੁਲ ਵੀ ਇੱਥੇ ਤਾਂ ਕੋਈ ਦੂਜਾ ਸੀ ਤਾਂ ਸੀ ਇੱਥੇ ਸੈਣੀ ਲਵਾਣੇ ਅਤੇ ਯਾਨੀ ਇਹ ਜਾਂ ਹਰੀਜਨ ਇਹ ਲੋਕਲ ਸੀਗੇ ਬੰਦੇ ਬਾਕੀ ਜਿਹੜੇ ਜੱਟ ਜ਼ਿਮੀਂਦਾਰ ਇੱਥੇ ਕੋਈ ਨਹੀਂ ਸੀਗਾ ਇੱਕ ਜੱਟ ਸੈਣੀਆਂ ਨੂੰ ਜ਼ਮੀਨ ਸੀਗੀ ਸਿਆਣੀਆਂ ਲਵਾਣਿਆਂ ਨੂੰ ਵੀ ਸੀ ਜ਼ਮੀਨ ਥੋੜ੍ਹੀ ਉਹ ਸੀ ਬਰਾਦਰੀਆਂ ਸੀਗੀਆਂ ਸਿਆਣੀ ਲਵਾਣੇ ਅਤੇ ਹਰੀਜਨ ਹਾਂ ਅੱਜ ਦੀ ਹੁਣ ਤਰੀਕ 'ਚ ਜਿਹੋ ਜਿਹੀ ਸਿਆਸਤ ਚੱਲ ਰਹੀ ਹੈ ਤੁਸੀਂ ਕਿਸ ਤਰ੍ਹਾਂ ਇਸ ਨੂੰ ਦੇਖਦੇ ਹੋ ਕਿ ਵੀ ਨਫ਼ਰਤਾਂ ਦੀ ਸਿਆਸਤ ਨੂੰ ਕਦੋਂ ਤੱਕ ਖਤਮ ਹੋ ਜਾਣਾ ਚਾਹੀਦਾ ਮੇਰਾ ਖਿਆਲ ਹੈ ਵੀ ਹਜੇ ਸਿਲਸਿਲਾ ਚੱਲਦਾ ਹੀ ਰਹਿਣਾ ਇਹ ਤਾਂ ਚੱਲਦਾ ਹੀ ਆ ਹੁਣ ਚੱਲਦਾ ਜਿਹਾ ਚੱਲਦਾ ਹੀ ਰਹਿਣਾ ਹਾਂ ਹੁਣ ਮੈਨੂੰ ਤੁਸੀਂ ਗੱਲ ਕਰੀ ਨਫ਼ਰਤ ਦੀ ਮੈਨੂੰ ਹੁਣ ਇਹ ਨਹੀਂ ਪਤਾ ਲੱਗਾ ਕਿਹੜੇ ਪੁਆਇੰਟ 'ਤੇ ਤੁਸੀਂ ਗੱਲ ਕਰੀ ਹੈ ਵੀ ਕਿਹਦੀ ਨਫ਼ਰਤ ਕਿਹਦੇ ਨਾਲ ਕੀ ਜਿਹੜੀ ਸਿਆਸਤਦਾਨਾਂ ਵੱਲੋਂ ਖਾਸ ਕਰਕੇ ਧਰਮਾਂ ਨੂੰ ਲੈ ਕੇ ਸਾਹਮਣੇ ਲਿਆਂਦੀ ਜਾਂਦੀ ਆ 47 ਦੇ ਵਿੱਚ ਹਿੰਦੂ ਸਿੱਖ ਜਿਹੜੇ ਆਪਸ ਦੇ ਵਿੱਚ ਮੁਸਲਮਾਨਾਂ ਨਾਲ ਮਿਲ ਕੇ ਰਹਿਣ ਡੇ ਸੀ ਰਾਤੋਂ ਰਾਤ ਉਹ ਦੁਸ਼ਮਣ ਬਣ ਜਾਂਦੇ ਕਤਲੋ ਗਾਰਤ ਸ਼ੁਰੂ ਹੋ ਜਾਂਦੀ ਬਿਲਕੁਲ ਉਹ ਜਿਵੇਂ ਬਸ ਕੋਈ ਚੀਜ਼ ਫੈਲਦੀ ਹੈ ਇੱਕਦਮ ਉਹ ਚੀਜ਼ ਆ ਗਈ ਸੀਗੀ ਲੋਕਾਂ ਨੂੰ ਬਾਕੀ ਠੀਕ ਆ ਫਿਰ ਤਾਂ ਲੋਕ ਵੱਢਦੇ ਰਹੇ ਖੁਸ਼ੀ ਹੁੰਦੀ ਸੀ ਜਾ ਕੇ ਮੈਂ ਆਪ ਮੈਨੂੰ ਕੋਈ ਯਾਦ ਆ ਇੱਕ ਅੱਧੀ ਗੱਲ ਵੀ ਸਾਡੇ ਬੰਦੇ ਜਾ ਕੇ ਵੱਢੇ ਆਉਂਦੇ ਸੀ ਮੁਸਲਮਾਨਾਂ ਨੂੰ ਕਹਿੰਦੇ ਲੈ ਵੀ ਮੈਂ 2 ਵੱਢੇ ਆਏ ਹਾਂ ਅੱਜ ਬੜਾ ਉਹਨੂੰ ਚਾਅ ਹੁੰਦਾ ਸੀ ਉਸ ਵੇਲੇ ਉਹ ਵੀ ਮਾਰਦੇ ਸੀ ਸਾਨੂੰ ਮਤਲਬ ਜਿੱਥੇ ਕਿਤੇ ਲੋਟ ਆਉਂਦਾ ਸੀਗਾ ਰਾਹ 'ਚ ਤੁਰੇ ਆਉਂਦੇ ਕਾਫਲਾ ਸਾਡਾ ਤੁਰਿਆ ਗੱਡੇ ਅਤੇ ਪਰ ਲੋਕ ਕਾਫਲਾ ਵੱਡਾ ਹੋ ਗਿਆ ਸੀ ਖਾਸਾ ਉਹਦੇ ਨੇੜੇ ਲੱਗਣ ਦਾ ਹੌਸਲਾ ਨਹੀਂ ਕਰਿਆ ਕਿਸੇ ਨੇ ਅਤੇ ਯਾਨੀ ਕੁਦਰਤੀ ਸਾਡੇ ਸਭ ਵੱਜਦੇ ਹੀ ਆਏ ਆ ਵੈਸੇ ਸਾਤੋਂ ਪਹਿਲਾਂ ਕਈ ਬੰਦੇ ਵੱਢੇ ਗਏ ਕਾਫਲੇ ਵੱਢੇ ਗਏ ਸੀ ਜਿਹੜੇ ਛੋਟੇ ਕਾਫਲੇ ਸੀ ਨਾ ਕਈ ਵਾਰੀ ਵੱਢੇ ਗਏ ਆ ਹਾਂ ਸਾਡੇ ਸਰਦਾਰ ਸਿੱਖ ਵੀ ਵੱਢੇ ਗਏ ਆ ਉੱਥੇ ਹਾਂ ਜੱਟ ਵੀ ਰਾਹ ਦੇ ਵਿੱਚ ਹੁੰਦਾ ਹੀ ਰਿਹਾ ਉਹ ਵੀ ਪੈਣ ਲੱਗ ਗਏ ਸੀਗੇ ਮੁਸਲਮਾਨ ਅਤੇ ਆਪਦੇ ਛੱਡ ਕੇ ਅਸੀਂ ਵੀ ਮਤਲਬ ਜੋ ਬਚਾਓ ਕਰਦੇ ਸੀ ਆਪਦਾ ਹਾਂ ਉਸ ਹਿਸਾਬ ਨਾਲ ਹਾਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਦਾ ਕੋਈ ਸੰਦੇਸ਼ ਦੇਣਾ ਚਾਹੋਗੇ ਆਉਣ ਵਾਲੀ ਪੀੜ੍ਹੀ ਨੂੰ ਕਾਹਦੇ ਬਾਰੇ ਕੀ ਕਹੀਏ ਹੁਣ ਮੈਨੂੰ ਸਮਝ ਨਹੀਂ
ਵੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਢੰਗ ਨਾਲ ਰਹਿਣਾ ਚਾਹੀਦਾ, ਜੂਨ ਦਾ ਢੰਗ ਕਿੰਝ ਦਾ ਹੋਣਾ ਚਾਹੀਦਾ ਉਹਨਾਂ ਨੂੰ? ਦੇਖੋ ਜੀ, ਜਿਹੜਾ ਧਰਮ ਦਾ ਨਾ, ਧਰਮ ਕਈ ਵਾਰੀ ਬਹੁਤ ਖਰਾਬੇ ਵਾਲੀ ਗੱਲਾਂ ਹੋ ਜਾਂਦੀਆਂ ਧਰਮ ਦੀ ਆੜ 'ਚ ਆ ਕੇ। ਜਾਣੀ ਇਹ ਪਤਾ ਨਹੀਂ ਕਿ ਕਦੋਂ ਕੋਈ ਚੀਜ਼ ਉੱਠ ਖੜ੍ਹਦੀ ਹੈ, ਕਦੋਂ ਫੈਲ ਜਾਂਦੀ ਹੈ, ਕਦੇ ਫੇਰ ਸ਼ਾਂਤੀ ਹੋ ਜਾਂਦੀ, ਕਦੇ ਫੇਰ ਪਿਆਰ ਹੋ ਜਾਂਦਾ ਲੋਕਾਂ ਦਾ ਆਪੋ ਵਿੱਚ ਹੀ, ਅਤੇ ਕਿਸੇ ਵੇਲੇ ਇੱਕਦਮ ਉੱਠ ਖੜ੍ਹਦਾ। ਇਹ ਹੈ ਸਹੀ ਧਰਤ। ਹਾਂ, ਉਹ ਤਾਂ ਕਹਿੰਦੇ ਵੀ ਧਰਮ ਨਹੀਂ ਸਿਖਾਉਂਦਾ ਸਾਨੂੰ ਵੈਰ ਕਰਨਾ, ਪਰ ਕੁਦਰਤੀ ਗੱਲ ਹੈ, ਇਹ ਕੁਦਰਤੀ ਨੈਚੁਰਲ ਗੱਲਾਂ ਨੇ। ਇੱਕਦਮ ਜਦੋਂ ਉੱਠਦੀ ਹਵਾ, ਉਹ ਹਵਾ ਚੱਲ ਪੈਂਦੀ ਹੈ ਉਸ ਤਰ੍ਹਾਂ ਦੀ। ਹਾਂ, ਉਹ ਤਾਂ ਹੈ ਗੱਲ। ਪਰ ਤੁਹਾਨੂੰ ਨਹੀਂ ਲੱਗਦਾ ਕਿ ਹਵਾ ਇਹੋ ਜਿਹੜੀ ਉਠਾਉਣ ਵਾਲੇ ਜਿਹੜੇ ਸਿਆਸਤਦਾਨ ਆ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਤਾਂ ਕਿ ਦੁਬਾਰਾ 47 ਨਾਲ ਰਿਪੀਟ ਕਿਤੇ ਹੋ ਜਾਵੇ? ਇਹ ਜ਼ਰੂਰ ਸਮਝਣਾ ਚਾਹੀਦਾ, ਇੰਨਾ ਚਾਹੀਦਾ ਹੀ ਹੈ। ਤਾਂ ਹੁਣ ਜਿਹੜੀਆਂ ਵੀ ਇੰਸੀਡੈਂਟਸ ਹੁੰਦੇ, ਜਿਹੜੀਆਂ ਘਟਨਾਵਾਂ ਹੁੰਦੀਆਂ, ਬੰਦਾ ਉਸ ਤੋਂ ਸਿੱਖਦਾ ਤਾਂ ਹੈ ਕੁਛ ਨਾ ਕੁਛ, ਉਹ ਗਾਹਾਂ ਵਾਸਤੇ ਸਿੱਖਦਾ। ਹਿਸਟਰੀ ਬਣਦੀ ਆ, ਇਤਿਹਾਸ ਬਣਦਾ, ਇਤਿਹਾਸ ਦੇ ਵਿੱਚੋਂ ਸਿੱਖਦਾ, ਸੁਣਦਾ, ਪੜ੍ਹਦਾ। ਅਤੇ ਹੁਣ ਚਾਹੀਦਾ ਹੀ ਆ। ਹੈ ਤਾਂ ਬਥੇਰੀਆਂ ਗੱਲਾਂ, ਹੈ ਤਾਂ ਜੇ ਮੁਹੱਬਤ ਪਿਆਰ ਵਾਲੀ ਗੱਲ, ਇਕੱਠੇ ਰਹਿਣ ਵਾਲੀ ਗੱਲ ਆ। ਹੁਣ ਰਹੀ ਜਾਂਦੇ, ਹੁਣ ਫੇਰ ਅੱਗੇ ਰੁਕ ਰਹੇ ਰਹਿੰਦੇ ਨੇ ਇਕੱਠੇ, ਉਦੋਂ ਵੀ ਬਾਅਦ 'ਚ ਵੀ ਰਹਿੰਦੇ ਰਹੇ ਆ, ਕੋਈ ਐਸੀ ਗੱਲ ਤਾਂ ਹੈ ਨਹੀਂ। ਹਾਂ, ਹੁਣ ਤਾਂ ਕੋਈ ਗੱਲ ਨਹੀਂ ਸੁਣੀ ਇੱਥੇ, ਇੱਧਰ ਵੀ ਨਹੀਂ ਸੁਣੀ ਕਦੇ ਵੀ ਫਸਾਦ ਜਿਹਾ ਕਿਤੇ ਹੋਊਗੀ ਘਟਨਾ ਮਾੜੀ ਮੋਟੀ। ਕਿਵੇਂ ਜਿਹੜੇ ਹੈ। ਹਾਂ ਸੀਗੀਆਂ ਚਾਰੇ ਪਾਸੇ ਤੋਂ, ਪਿੰਡ ਤੋਂ ਚਾਰੇ ਪਾਸੇ ਤੋਂ ਆਉਂਦੀਆਂ ਸੀਗੀਆਂ, ਅਤੇ ਜਾਣੀ ਇਸ ਤਰ੍ਹਾਂ ਦਾ ਸੀਗਾ, ਜਾਣੀ ਚੌੜੇ ਰਸਤੇ ਸੀ ਬਹੁਤ। ਚਿੱਤ ਕਰਦਾ ਹੁਣ ਦੁਬਾਰਾ ਉੱਥੇ ਕਿਤੇ ਜਾ ਕੇ ਗੇੜੀ ਮਾਰ ਕੇ ਆਉਣ 'ਤੇ? ਹਾਂ ਜੀ, ਹਾਲ ਕਰਦਾ ਰਿਹਾ ਤਾਂ ਹੈ, ਹੁਣ ਤੱਕ ਤਾਂ ਕਰਦਾ ਰਿਹਾ। ਹੁਣ ਏਜ ਫੈਕਟਰ ਕਰਕੇ ਹੁਣ ਸ਼ਾਇਦ ਨਹੀਂ ਉਹਨਾਂ ਮਨ 'ਚ ਉਤਸ਼ਾਹ ਆਉਂਦਾ ਵੀ ਹੁਣ ਜਾਈਏ। ਗੱਲ ਤਾਂ ਇਹ, ਕਿਉਂਕਿ ਹੁਣ ਮੈਂ 84 ਹੋ ਗਿਆ, ਗਾਹਾਂ ਜ਼ਿੰਦਗੀ 'ਚ ਉਤਸ਼ਾਹ ਘਟੀ ਜਾਂਦਾ ਰੋਜ਼। ਪਹਿਲਾਂ ਕੀ ਤਾਂ ਸੁਪਨੇ ਆਉਂਦੇ ਰਹੇ ਆ, ਲੈ ਵੀ ਕਹਿੰਦੇ ਸੀਗੇ ਪਾਕਿਸਤਾਨ ਵੀ ਦੇਖਣਾ ਪਿੰਡ, ਲੈ ਵੀ ਦੇਖ ਲਿਆ ਅੱਜ ਹੈ, ਆ ਗਏ ਸੁਪਨੇ 'ਚ। ਜਿਹੜੀ ਉਹ ਹੁੰਦਾ ਰਿਹਾ ਬਹੁਤ, ਇੱਕ ਵਾਰੀ ਨਹੀਂ ਬਹੁਤ ਵਾਰੀ ਹੁੰਦਾ ਰਿਹਾ, ਅਤੇ ਹੁਣ ਹੌਲੀ ਉਹ ਗੱਲ ਮਤਲਬ ਘੱਟ ਗਈ ਹੈ, ਵਿਸਰ ਗਈ ਹੈ। ਹੁਣ ਨਹੀਂ ਕਦੇ ਸੁਪਨਾ ਆਇਆ ਐਡਾ ਵੀ ਪਾਕਿਸਤਾਨ ਚਲੇ ਗਏ ਜਾਂ ਨਹੀਂ ਚਲੇ ਗਏ, ਉੱਥੇ ਪਹੁੰਚੇ। ਤੁਸੀਂ ਉਹ ਟਾਈਮ ਹੀ ਦੇਖਿਆ ਹੋਏਗਾ, ਤੁਸੀਂ ਉਸ ਵੇਲੇ 10 ਸਾਲਾਂ ਦੇ ਸੀ, ਪਰ ਤੁਹਾਡੇ ਜਿਹੜੇ ਫਾਦਰ ਸਾਹਿਬ, ਉਹਨਾਂ ਨੇ ਆ ਕੇ ਇੱਥੇ ਦੁਬਾਰਾ ਜਦੋਂ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਅਤੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਤਾਂ ਦੁਸ਼ਵਾਰੀਆਂ ਸਾਹਮਣੇ ਆਈਆਂ? ਇੱਕ ਮਿੰਟ, ਗੱਲ ਇਹ ਆ ਵੀ ਅਸੀਂ ਜਿਹੜੇ ਤਾਂ ਲੋਕ ਸਾਡੇ ਤਾਂ ਮੁੜ ਕੇ ਇੱਧਰ ਪਿੱਛਾ ਵੀ ਸੀਗਾ। ਸਾਡਾ ਪਿੰਡ ਭੱਟੀਆਂ ਸੀ, ਸਾਡੀ ਭੱਟੀਆਂ ਦੇ ਵਿੱਚ 100 ਬਿੱਗਾ ਜ਼ਮੀਨ ਸੀਗੀ, ਮਤਲਬ ਆਪ ਦੀ ਪਹਿਲਾਂ ਵੀ ਇੱਥੇ, ਅਤੇ ਬਾਕੀ ਉੱਧਰ ਸੀਗੇ ਸਾਡੇ ਮਰਬੇ 'ਤੇ ਇੱਥੇ ਜ਼ਮੀਨ। ਸਾਨੂੰ ਐਡਾ ਤਾਂ ਪ੍ਰੋਬਲਮ ਨਹੀਂ ਆ ਜੇ ਕਈ ਸਾਨੂੰ, ਸਾਡੇ ਪਰਿਵਾਰ ਨੂੰ, ਕਿਉਂਕਿ ਅਸੀਂ ਤਾਂ ਆਪਦੇ ਘਰ 'ਚ ਆ ਗਏ, ਸਾਡਾ ਘਰ ਵੀ ਸੀਗਾ ਉਹ ਹੈ। ਅਤੇ ਫਿਰ ਸਾਨੂੰ ਜਿਹੜੇ ਮੁਸਲਮਾਨਾਂ ਦੇ ਘਰ ਸੀਗੇ ਆਂਢ ਗੁਆਂਢ, ਅਸੀਂ ਉਹ ਵੀ ਉਹਨਾਂ 'ਚ ਵੀ ਲੱਗੇ ਸੀ, ਫਿਰ ਤੋਂ ਰਹਿਣ ਲੱਗੇ ਵਿੱਚੇ। ਅੱਜ ਸਾਨੂੰ ਮਿਲ ਕੇ ਉਹ ਵੀ ਸਾਡੇ ਕੋਲ, ਹੁਣ ਵੀ ਅੱਜ ਕੱਲ੍ਹ ਵੀ ਸਾਡੇ ਕੋਲ ਹੀ ਹੈਗੇ ਆ ਉਹ। ਹਾਂ, ਜਿਹੜੇ ਸੀਗੇ ਸਾਡੇ ਗੁਆਂਢ ਹੀ ਸੀਗੇ, ਖਾਲੀ ਪਏ ਉਹ ਛੱਡ ਕੇ ਗਏ, ਉਹ ਅਸੀਂ ਉਹ ਪਕੜ ਲਏ ਸੀ। ਜਿਹੜਾ ਤੁਹਾਡੇ ਏਰੀਏ 'ਚ ਅਸੀਂ ਇੱਥੇ ਅੱਜ ਬੈਠੇ ਹੋਏ ਹਾਂ, ਇਸ ਏਰੀਏ 'ਚ ਵੀ ਕਾਫੀ ਮੁਸਲਮਾਨ ਉੱਠ ਕੇ ਉੱਧਰ ਨੂੰ ਗਏ? ਇਹ ਤਾਂ ਸਾਰਾ ਪਿੰਡ ਹੀ ਟੋਟਲੀ ਮੁਸਲਮਾਨਾਂ ਦਾ ਸੀਗਾ ਜੀ, ਅਸੀਂ ਆ ਪਿੰਡ ਬਿਲਕੁਲ ਵੀ। ਇੱਥੇ ਤਾਂ ਕੋਈ ਦੂਜਾ ਸੀ ਤਾਂ ਸੀ, ਇੱਥੇ ਸੈਣੀ, ਲਵਾਣੇ ਅਤੇ ਯਾਨੀ ਇਹ ਜਾਂ ਹਰੀਜਨ, ਇਹ ਲੋਕਲ ਸੀਗੇ ਬੰਦੇ। ਬਾਕੀ ਜਿਹੜੇ ਜੱਟ ਜ਼ਿਮੀਂਦਾਰ ਇੱਥੇ ਕੋਈ ਨਹੀਂ ਸੀਗਾ, ਇੱਕ ਜੱਟ। ਸੈਣੀਆਂ ਨੂੰ ਜ਼ਮੀਨ ਸੀਗੀ, ਸੈਣੀਆਂ ਲਵਾਣਿਆਂ ਨੂੰ ਵੀ ਸੀ ਜ਼ਮੀਨ ਥੋੜ੍ਹੀ। ਉਹ ਸੀ ਬਰਾਦਰੀਆਂ ਸੀਗੀਆਂ, ਸੈਣੀ, ਲਵਾਣੇ ਅਤੇ ਹਰੀਜਨ। ਹਾਂ, ਅੱਜ ਦੀ ਹੁਣ ਤਰੀਕ 'ਚ ਜਿਹੋ ਜਿਹੀ ਸਿਆਸਤ ਚੱਲ ਰਹੀ ਹੈ, ਤੁਸੀਂ ਕਿਸ ਤਰ੍ਹਾਂ ਇਸ ਨੂੰ ਦੇਖਦੇ ਹੋ ਕਿ ਵੀ ਨਫ਼ਰਤਾਂ ਦੀ ਸਿਆਸਤ ਨੂੰ ਕਦੋਂ ਤੱਕ ਖਤਮ ਹੋ ਜਾਣਾ ਚਾਹੀਦਾ? ਮੇਰਾ ਖਿਆਲ ਹੈ ਵੀ ਇਹੋ ਜਿਹਾ ਸਿਲਸਿਲਾ ਚੱਲਦਾ ਹੀ ਰਹਿਣਾ। ਇਹ ਤਾਂ ਚੱਲਦਾ ਹੀ ਆ, ਚੱਲਦਾ ਜਿਹਾ ਚੱਲਦਾ ਹੀ ਰਹਿਣਾ। ਹਾਂ, ਹੁਣ ਮੈਨੂੰ ਤੁਸੀਂ ਗੱਲ ਕਰੀ ਨਫ਼ਰਤ ਦੀ, ਮੈਨੂੰ ਹੁਣ ਇਹ ਨਹੀਂ ਪਤਾ ਲੱਗਾ ਕਿਹੜੇ ਪੁਆਇੰਟ 'ਤੇ ਤੁਸੀਂ ਗੱਲ ਕਰੀ ਹੈ ਵੀ ਕਿਹਦੀ ਨਫ਼ਰਤ ਕਿਹਦੇ ਨਾਲ ਕੀ। ਜਿਹੜੀ ਸਿਆਸਤਦਾਨਾਂ ਵੱਲੋਂ ਖਾਸ ਕਰਕੇ ਧਰਮਾਂ ਨੂੰ ਲੈ ਕੇ ਸਾਹਮਣੇ ਲਿਆਂਦੀ ਜਾਂਦੀ ਆ। 47 ਦੇ ਵਿੱਚ ਹਿੰਦੂ ਸਿੱਖ ਜਿਹੜੇ ਆਪਸ ਦੇ ਵਿੱਚ ਮੁਸਲਮਾਨਾਂ ਨਾਲ ਮਿਲ ਕੇ ਰਹਿਣ ਦੇ ਸੀ, ਰਾਤੋਂ ਰਾਤ ਉਹ ਦੁਸ਼ਮਣ ਬਣ ਜਾਂਦੇ, ਕਤਲੋ ਗਾਰਤ ਸ਼ੁਰੂ ਹੋ ਜਾਂਦੀ। ਬਿਲਕੁਲ ਉਹ ਜਿਵੇਂ ਬਸ ਕੋਈ ਚੀਜ਼ ਫੈਲਦੀ ਹੈ ਇੱਕਦਮ ਉਹ ਚੀਜ਼ ਆ ਗਈ ਸੀਗੀ ਲੋਕਾਂ ਨੂੰ। ਵਾਕਈ ਠੀਕ ਆ, ਫਿਰ ਤਾਂ ਲੋਕ ਵੱਢਦੇ ਰਹੇ, ਖੁਸ਼ੀ ਹੁੰਦੀ ਸੀ ਜਾ ਕੇ। ਮੈਂ ਆਪ ਮੈਨੂੰ ਕੋਈ ਯਾਦ ਆ ਇੱਕ ਅੱਧੀ ਗੱਲ ਵੀ ਸਾਡੇ ਬੰਦੇ ਜਾ ਕੇ ਵੱਢੇ ਆਉਂਦੇ ਸੀ ਮੁਸਲਮਾਨਾਂ ਨੂੰ, ਕਹਿੰਦੇ ਲੈ ਵੀ ਮੈਂ 2 ਵੱਢੇ ਆਏ ਹਾਂ ਅੱਜ।
ਹੈ ਬੜਾ ਉਹਨੂੰ ਚਾਅ ਹੁੰਦਾ ਸੀ ਉਸ ਵੇਲੇ, ਉਹ ਵੀ ਮਾਰਦੇ ਸੀ ਸਾਨੂੰ, ਮਤਲਬ ਜਿੱਥੇ ਕਿਤੇ ਲੋਟ ਆਉਂਦਾ ਸੀਗਾ ਰਾਹ 'ਚ ਤੁਰੇ ਆਉਂਦੇ, ਕਾਫਲਾ ਸਾਡਾ ਤੁਰ ਆਉਂਦਾ ਗੱਡੇ ਅਤੇ ਪਰ ਲੋਕ ਕਾਫਲਾ ਵੱਡਾ ਹੋ ਗਿਆ ਸੀ ਖਾਸਾ, ਉਹਦੇ ਨੇੜੇ ਲੱਗਣ ਦਾ ਹੌਸਲਾ ਨਹੀਂ ਕਰਿਆ ਕਿਸੇ ਨੇ, ਅਤੇ ਯਾਨੀ ਕੁਦਰਤੀ ਸਾਡੇ ਸਭ ਬਚਦੇ ਹੀ ਆਏ ਆ। ਉਸ ਵੈਸੇ ਸਾਤੋਂ ਪਹਿਲਾਂ ਕਈ ਬੰਦੇ ਵੱਢੇ ਗਏ, ਕਾਫਲੇ ਵੱਢੇ ਗਏ ਸੀ, ਜਿਹੜੇ ਛੋਟੇ ਕਾਫਲੇ ਸੀ ਨਾ ਕਈ ਵਾਰੀ ਉਹ ਵੱਢੇ ਗਏ ਆ। ਹਾਂ ਸਾਡੇ ਸਰਦਾਰ ਸਿੱਖ ਵੀ ਵੱਢੇ ਗਏ ਆ ਉੱਥੇ, ਹਾਂ ਜੱਟ ਵੀ ਰਾਹ ਦੇ ਵਿੱਚ ਹੁੰਦਾ ਹੀ ਰਿਹਾ, ਉਹ ਵੀ ਪੈਣ ਲੱਗ ਗਏ ਸੀਗੇ ਮੁਸਲਮਾਨ, ਅਤੇ ਆਪਦੇ ਛੱਡ ਕੇ ਅਸੀਂ ਵੀ ਮਤਲਬ ਜੋ ਬਚਾਓ ਕਰਦੇ ਸੀ ਆਪਦਾ, ਹਾਂ ਉਸ ਹਿਸਾਬ ਨਾਲ। ਹਾਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਦਾ ਕੋਈ ਸੰਦੇਸ਼ ਦੇਣਾ ਚਾਹੋਗੇ? ਦੇਖੋ ਜੀ, ਜਿਹੜਾ ਧਰਮ ਦਾ ਨਾ, ਧਰਮ ਕਈ ਵਾਰੀ ਬਹੁਤ ਖਰਾਬੇ ਵਾਲੀ ਗੱਲਾਂ ਹੋ ਜਾਂਦੀਆਂ, ਧਰਮ ਦੀ ਆੜ 'ਚ ਆ ਕੇ, ਯਾਨੀ ਇਹ ਪਤਾ ਨਹੀਂ ਕਿ ਕਦੋਂ ਕੋਈ ਚੀਜ਼ ਉੱਠ ਖੜ੍ਹਦੀ ਹੈ, ਕਦੋਂ ਫੈਲ ਜਾਂਦੀ ਹੈ, ਕਦੇ ਫੇਰ ਸ਼ਾਂਤੀ ਹੋ ਜਾਂਦੀ, ਕਦੇ ਫੇਰ ਪਿਆਰ ਹੋ ਜਾਂਦਾ ਲੋਕਾਂ ਦਾ ਆਪੋ ਵਿੱਚ ਹੀ, ਅਤੇ ਕਿਸੇ ਵੇਲੇ ਇੱਕਦਮ ਉੱਠ ਖੜ੍ਹਦਾ। ਇਹ ਹੈ ਸਹੀ ਦਰਤ। ਹਾਂ ਉਹ ਤਾਂ ਕਹਿੰਦੇ ਵੀ ਧਰਮ ਨਹੀਂ ਸਿਖਾਉਂਦਾ ਸਾਨੂੰ ਵੈਰ ਕਰਨਾ, ਪਰ ਕੁਦਰਤੀ ਗੱਲ ਹੈ, ਇਹ ਕੁਦਰਤੀ ਨੈਚੁਰਲ ਗੱਲਾਂ ਨੇ। ਇੱਕਦਮ ਜਦੋਂ ਉੱਠਦੀ ਹਵਾ, ਉਹ ਹਵਾ ਚੱਲ ਪੈਂਦੀ ਹੈ ਉਸ ਤਰ੍ਹਾਂ ਦੀ। ਹਾਂ ਉਹ ਤਾਂ ਹੈ ਗੱਲ। ਪਰ ਤੁਹਾਨੂੰ ਨਹੀਂ ਲੱਗਦਾ ਕਿ ਹਵਾ ਇਹੋ ਜਿਹੜੀ ਉਠਾਉਣ ਵਾਲੇ ਜਿਹੜੇ ਸਿਆਸਤਦਾਨ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਤਾਂ ਕਿ ਦੁਬਾਰਾ 47 ਨਾਲ ਰਿਪੀਟ ਕਿਤੇ ਹੋ ਜਾਵੇ? ਇਹ ਜ਼ਰੂਰ ਸਮਝਣਾ ਚਾਹੀਦਾ, ਇੰਨਾ ਚਾਹੀਦਾ ਹੀ ਹੈ। ਤਾਂ ਹੁਣ ਜਿਹੜੇ ਵੀ ਇੰਸੀਡੈਂਟਸ ਹੁੰਦੇ, ਜਿਹੜੀਆਂ ਘਟਨਾਵਾਂ ਹੁੰਦੀਆਂ, ਬੰਦਾ ਉਸ ਤੋਂ ਸਿੱਖਦਾ ਤਾਂ ਹੈ ਕੁਛ ਨਾ ਕੁਛ, ਉਹ ਗਾਹਾਂ ਵਾਸਤੇ ਸਿੱਖਦਾ, ਹਿਸਟਰੀ ਬਣਦੀ ਆ, ਇਤਿਹਾਸ ਬਣਦਾ, ਇਤਿਹਾਸ ਦੇ ਵਿੱਚੋਂ ਸਿੱਖਦਾ, ਸੁਣਦਾ, ਪੜ੍ਹਦਾ, ਅਤੇ ਹੁਣ ਚਾਹੀਦਾ ਹੀ ਆ। ਹੈ ਤਾਂ ਬਥੇਰੀਆਂ ਗੱਲਾਂ, ਹੈ ਤਾਂ ਜੇ ਮੁਹੱਬਤ ਪਿਆਰ ਵਾਲੀ ਗੱਲ, ਇਕੱਠੇ ਰਹਿਣ ਵਾਲੀ ਗੱਲ ਆ, ਹੁਣ ਰਹੀ ਜਾਂਦੇ, ਹੁਣ ਫੇਰ ਆ ਕੇ ਰੁਕ ਰਹਿੰਦੇ ਨੇ ਇਕੱਠੇ, ਉਦੋਂ ਵੀ ਬਾਅਦ 'ਚ ਵੀ ਰਹਿੰਦੇ ਰਹੇ ਆ, ਕੋਈ ਐਸੀ ਗੱਲ ਤਾਂ ਹੈ ਨਹੀਂ। ਹਾਂ ਹੁਣ ਤਾਂ ਕੋਈ ਗੱਲ ਨਹੀਂ ਸੁਣੀ, ਇੱਥੇ ਇੱਧਰ ਵੀ ਨਹੀਂ ਸੁਣੀ ਕਦੇ ਵੀ ਫਸਾਦ ਜਿਹਾ, ਕਿਤੇ ਹੋਊਗੀ ਘਟਨਾ ਮਾੜੀ ਮੋਟੀ। ਪਾਕਿਸਤਾਨ ਜਾਣਾ ਹੋਇਆ ਉਸ ਤੋਂ ਬਾਅਦ? ਪਾਕਿਸਤਾਨ ਗਏ ਸੀਗੇ ਉਹ ਜਦੋਂ ਆਪਣੇ ਜੱਥੇ ਜਾਂਦੇ ਆ ਨਾ ਨਨਕਾਣਾ ਸਾਹਿਬ, ਮੈਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਇਆ ਸੀਗਾ ਜੱਥੇ 'ਚ, ਮੈਂ ਵੀ ਗਿਆ ਸੀਗਾ, ਮੇਰੀ ਮਿਸਿਸ ਵੀ ਨਾਲ ਸੀ, ਗਏ ਅਸੀਂ ਗਏ ਸੀਗੇ। ਹਾਂ ਉਹ ਤਾਂ ਅਸੀਂ ਜਾਇਆ ਸੀ, ਕਈ ਦਿਨ ਦੇ ਗਏ, ਉਹ ਵੀ ਇੱਛਾ ਸੀ ਦਿਮਾਗ 'ਚ ਵੀ ਚੱਲ ਇੱਧਰ ਹੀ ਦੇਖ ਆਉਂਦੇ ਹਾਂ ਕਿਸੇ ਪਾਸੇ, ਪਰ ਇੱਛਾ ਉਦੋਂ ਪੂਰੀ ਨਹੀਂ ਹੋ ਸਕੀ। ਹਾਂ ਉਹ ਉੱਥੇ ਜਾਣ ਦੀ ਆਪਦੇ ਤੋਂ ਨਗਰ 'ਚ ਤਾਂ ਪੁਰਾਣੇ ਉੱਥੇ ਨਹੀਂ ਹੋਈ। ਹਾਂ ਇਹ ਤਾਂ ਅਸੀਂ ਉੱਧਰੋਂ ਅੰਮ੍ਰਿਤਸਰ ਤੋਂ ਗਾਂ ਨੂੰ ਲੰਘੇ ਸੀਗੇ। ਹਾਂ ਪਰ ਇਹ ਬਾਘਾ ਬਾਰਡਰ ਲੰਘ ਕੇ ਗਾਂ ਜਾਏ ਸੀਗੇ, ਲਾਹੌਰ ਜਾਏ, ਲਾਹੌਰ ਤੋਂ ਗਾਹਾਂ ਪੰਜਾ ਸਾਹਿਬ, ਨਨਕਾਣਾ ਸਾਹਿਬ, ਸਾਰੇ ਦਰਸ਼ਨ ਕਰੇ ਆਏ ਸੀ ਉਸ ਵੇਲੇ। ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ, ਸਿਆਸਤਦਾਨਾਂ ਨੂੰ ਹਕੂਮਤ ਕਰਨ ਦੀ ਕਿੰਨੀ ਵੱਧ ਗਈ ਭੁੱਖ ਸੀ, ਰਲ ਮਿਲ ਕੇ ਜੋ ਰਹਿੰਦੇ ਸੀ ਉਹ ਭਾਈਆਂ ਵਰਗੇ ਜਾਲਣਾ ਤੇ ਬੂੜੀਆਂ ਜਿਨ੍ਹਾਂ ਦੀਆਂ ਸਾਂਝਾਂ ਸੀ ਉਹ ਹੱਸਦੇ ਵਸਦੇ ਮਾਰ ਮੁਕਾ। ਕਿੰਨੀਆਂ ਭਾਗਣ ਮਾਵਾਂ ਦੀ ਉਜੜੀ ਉਦੋਂ ਭੁੱਖ ਸੀ, ਕਿਹੋ ਜਿਹਾ ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ। ਉਸ ਦਿਨ ਦਾਦੇ ਮੇਰੇ ਨੇ ਗੱਡੇ ਜਦੋਂ ਜੋੜੇ ਹੋਣਗੇ, ਮਰਬਿਆਂ ਤੇ ਘਰ ਬਾਹਰ ਨੂੰ ਛੱਡ ਕੇ ਜਦ ਚੜ੍ਹਦੇ ਵੱਲ ਨੂੰ ਮੋੜੇ ਹੋਣਗੇ, ਕੌਣ ਕਰੂ ਬਿਆਨ ਉਸ ਨੂੰ ਕਿੰਨਾ ਹੋਣਾ ਦੁੱਖ ਸੀ, ਕਿਹੋ ਜਿਹਾ ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ। ਚਲੋ ਵੀ ਚੱਲੀਏ ਕਹਿ ਕੇ ਤੁਰਨ ਲਈ ਤਿਆਰ ਹੋਇਆ ਹੋਵੇਗਾ, ਗਲਪਲੀ ਦੇ ਮੈਦਾਨ 'ਚ ਵੀ ਦਬਿਆ ਉਸ ਦਿਨ ਇੰਦਰ ਸਿੰਘ ਵੀ ਰੋਇਆ ਹੋਵੇਗਾ। ਚੜ੍ਹਦੀ ਕਲਾ 'ਚ ਰਹਿਣ ਵਾਲਾ ਸਰਦਾਰ ਵੀ ਉਸ ਦਿਨ ਚੁੱਪ ਸੀ, ਕਿਹੋ ਜਿਹਾ ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ। ਗਿਆ ਜੀ ਜੰਪਲ ਹਾਂ ਭਾਵੇਂ ਇੱਧਰ ਦਾ, ਜੰਪਲ ਹਾਂ ਭਾਵੇਂ ਇੱਧਰ ਦਾ, ਪਰ ਗੱਲ ਕਰਦਾ ਉਸ ਚੱਕ ਦੀ ਮੈਂ, ਬਾਤ ਵਾਂਗੂ ਹੀ ਸੁਣਦਾ ਆਇਆ ਕਹਾਣੀ EV 307 ਦੀ ਮੈਂ, ਠਾਠ ਨਾਲ ਰਹਿੰਦੇ ਸੀ ਉੱਥੇ ਪੂਰੀ ਸਾਡੀ ਠੁੱਕ ਸੀ, ਕਿਹੋ ਜਿਹਾ ਉਹ ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ। ਜੀ ਕਰਦਾ 269 ਦੇ ਉਸ ਸਕੂਲ ਨੂੰ ਦੇਖਾਂ, ਜਾਂਦੇ ਸੀ ਟੱਪ ਕੇ ਨਹਿਰ ਨੂੰ, ਤਹਿਸੀਲ ਬਿਹਾੜੀ ਜਾ ਕੇ ਆਵਾਂ, ਨਾਲੇ ਬੂਰਾ ਮੰਡੀ ਸ਼ਹਿਰ ਨੂੰ, ਵਿਹੜੇ ਵਾਲੀ ਖੂਹੀ ਚੋਂ ਪਾਣੀ ਪੀਵਾਂ, ਜਿੱਥੇ ਬਣ ਜੰਡ ਕਰੀਰ ਜਿਹੇ ਰੁੱਖ ਸੀ, ਕਿਹੋ ਜਿਹਾ ਉਹ ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ। ਸੋਚ ਮੇਰੀ 'ਚ ਬੈਠਾ
ਫਜ਼ਲਾ ਸ਼ਿੰਬਾ ਅੱਜ ਵੀ ਕੱਪੜੇ ਸਿਉਂਦਾ ਹੋਵੇ। ਰਹਿਮਤ ਕੁਮਾਰ ਸ਼ਾਇਦ ਆਪਣੇ ਚੱਕ ਉੱਤੇ ਭਾਂਡੇ ਬਣਾਉਂਦਾ ਹੋਵੇਗਾ। ਸਕੂਨ ਨਾਲ ਰਹਿੰਦੇ ਸੀ ਸਾਰੇ, ਚਾਰੇ ਪਾਸੇ ਸੁੱਖ ਸੀ। ਕਿਹੋ ਜਿਹਾ ਉਹ ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ। ਕਾਹ ਤੋਂ ਇਹ ਬੰਦਸ਼ਾਂ ਨੇ ਲੱਗੀਆਂ, ਕਿਉਂ ਪੈ ਵਿਛੋੜੇ ਨੇ। ਜ਼ਿੰਦਗੀ ਨੂੰ ਖੁੱਲ੍ਹ ਕੇ ਜਿਉਣ ਲਈ ਦਿਨ ਤਾਂ ਮਿਲੇ ਥੋੜੇ ਨੇ। ਇਕੱਠੇ ਹੋ ਕੇ ਜੇ ਕੋਸ਼ਿਸ਼ ਕਰਦੇ ਇਹ ਬੇੜੀ ਵੀ ਜਾਣੀ ਟੁੱਟ ਸੀ। ਕਿਹੋ ਜਿਹਾ ਉਹ ਮੌਸਮ ਸੀ ਆਇਆ ਤੇ ਕੈਸੀ ਆਈ ਰੁੱਤ ਸੀ। ਸਿਆਸਤਦਾਨਾਂ ਨੂੰ ਹਕੂਮਤ ਕਰਨ ਦੀ ਕਿੰਨੀ ਵੱਡੀ ਭੁੱਖ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਘਰ ਆਏ ਹੋ, ਆ ਕੇ ਗੱਲਾਂ ਕਰੀਆਂ ਇੱਕ ਦੂਜੇ ਨਾਲ, ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ। ਸੋ ਦਰਸ਼ਕੋ, ਇਹ ਸੀ ਸਰਦਾਰ ਜਸਵੰਤ ਸਿੰਘ ਜੀ, ਜਿਨ੍ਹਾਂ ਨੂੰ ਅੱਜ ਵੀ ਉਹ ਆਪਣੇ ਪਿੰਡ ਦੀਆਂ ਉਹ ਗਲੀਆਂ, ਉਹ ਖੇਤ ਜਿਹੜੇ ਉਹਨਾਂ ਦੇ ਜ਼ਿਹਨ 'ਚ ਨੇ, ਸਾਹਮਣੇ ਨਕਸ਼ਾ ਉਹਨਾਂ ਦੇ ਘੁੰਮਦਾ, ਔਰ ਉਹ ਦੁਬਾਰਾ ਉਹ ਨਕਸ਼ਾ ਲਾ ਸਕਦੇ ਨੇ ਜੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਪਿੰਡ ਵੀ ਜਾਣਾ ਚਾਹੁੰਦੇ ਨੇ, ਔਰ ਇਸ ਤਰ੍ਹਾਂ ਦੀਆਂ ਖੂਬਸੂਰਤ ਔਰ ਯਾਦਾਂ ਦੇ ਨਾਲ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਆਉਣ ਵਾਲੇ ਸਮੇਂ 'ਚ ਜੁੜਨਗੇ। ਅਸੀਂ ਉਹਨਾਂ ਕੋਲ ਉਹਨਾਂ ਦੀਆਂ ਖੂਬਸੂਰਤ ਯਾਦਾਂ ਵੀ ਅਤੇ ਦਰਦਨਾਕ ਉਹ ਜ਼ਖਮ ਵੀ ਫਰੋਲਣਗੇ ਸਾਡੇ ਨਾਲ, ਜਿਹੜੇ ਕਿ 47 ਨੇ ਉਹਨਾਂ ਨੂੰ ਦਿੱਤੇ। ਸੋ ਤੁਸੀਂ ਦੇਖਣਾ ਨਾ ਭੁੱਲਿਓ ਸਾਡਾ ਇਹ ਸਪੈਸ਼ਲ ਪ੍ਰੋਗਰਾਮ ਸਾਡੇ ਇਸ ਚੈਨਲ ਦੇ ਉੱਤੇ ਪੰਜਾਬੀ ਲਹਿਰ ਸਾਂਝਾ 'ਤੇ। ਮਿਲਾਂਗੇ ਅਗਲੇ ਪ੍ਰੋਗਰਾਮ 'ਚ।